ਰੁੱਖਾਂ ਤੋਂ ਜਦੋਂ ਮਿਲੇ ਹਰਿਆਲੀ, ਜੀਵਨ ਨੂੰ ਉਦੋਂ ਆਏ ਖੁਸ਼ਹਾਲੀ। ਜਨ ਜਨ ਵਿੱਚ ਸੰਦੇਸ਼ ਪਹੁੰਚਾਓ, ਰੁੱਖ ਲਗਾਓ, ਰੁੱਖ ਲਗਾਓ, ਹਰਿਆਵਲ ਦੇ ਬੀਜ ਫੈਲਾਓ। ਪਿਆਰੇ ਬੱਚਿਓ, ਅਸੀਂ ਅੱਜ ਪੜ੍ਹ ਰਹੇ ਹਾਂ ਜਮਾਤ 8ਵੀਂ ਪਾਠ 10 ਹਰਿਆਵਲ ਦੇ ਬੀਜ, ਕਹਾਣੀ ਜੋ ਕਿ ਕਰਨਲ ਜਸਵੀਰ ਸਿੰਘ ਭੁੱਲਰ ਜੀ ਦੁਆਰਾ ਲਿਖੀ ਗਈ ਹੈ। ਇਸ ਕਹਾਣੀ ਵਿੱਚ ਲੇਖਕ ਨੇ ਅਜੋਕੇ ਸਮਾਜ ਦੇ ਬੜੇ ਹੀ ਮਹੱਤਵਪੂਰਨ ਅਤੇ ਸੰਜੀਦਾ ਵਿਸ਼ੇ ਨੂੰ ਹੱਥ ਪਾਇਆ ਹੈ ਅਤੇ ਬੜੀ ਹੀ ਸੁਚੱਜਤਾ ਦੇ ਨਾਲ ਸਾਨੂੰ ਰੁੱਖਾਂ ਦੀ ਮਹੱਤਤਾ ਬਿਆਨ ਕੀਤੀ ਹੈ। ਪਿਆਰੇ ਬੱਚਿਓ, ਕੀ ਤੁਹਾਨੂੰ ਪਤਾ ਹੈ ਕਿ ਅਸੀਂ ਸਾਹ ਲੈਣ ਦੇ ਲਈ ਆਕਸੀਜਨ ਗੈਸ ਦੀ ਵਰਤੋਂ ਕਰਦੇ ਹਾਂ। ਜੇਕਰ ਧਰਤੀ ਤੇ ਆਕਸੀਜਨ ਗੈਸ ਨਾ ਹੋਵੇ ਤਾਂ ਜੀਵਨ ਲੀਲਾ ਸਮਾਪਤ ਹੋ ਜਾਏਗੀ। ਕੀ ਤੁਹਾਨੂੰ ਇਹ ਪਤਾ ਹੈ ਕਿ ਆਕਸੀਜਨ ਗੈਸ ਸਾਨੂੰ ਰੁੱਖਾਂ ਤੋਂ ਪ੍ਰਾਪਤ ਹੁੰਦੀ ਹੈ? ਹਾਂਜੀ ਬੱਚਿਓ, ਆਕਸੀਜਨ ਗੈਸ ਸਾਨੂੰ ਰੁੱਖਾਂ ਤੋਂ ਹੀ ਪ੍ਰਾਪਤ ਹੁੰਦੀ ਹੈ। ਰੁੱਖ ਵੀ ਜੀਵਤ ਪ੍ਰਾਣੀ ਦੀ ਤਰ੍ਹਾਂ ਹਨ, ਖਾਂਦੇ ਹਨ, ਪੀਂਦੇ ਹਨ, ਵੱਧਦੇ ਫੁੱਲਦੇ ਹਨ, ਸਾਹ ਲੈਂਦੇ ਹਨ ਅਤੇ ਆਪਣਾ ਭੋਜਨ ਖੁਦ ਤਿਆਰ ਕਰਦੇ ਹਨ। ਸੂਰਜ ਦੀ ਰੋਸ਼ਨੀ ਦੇ ਵਿੱਚ ਹਵਾ ਤੇ ਪਾਣੀ ਦੇ ਨਾਲ ਮਿਲ ਕੇ ਉਹ ਆਪਣਾ ਭੋਜਨ ਤਿਆਰ ਕਰਦੇ ਹਨ ਤੇ ਇਸ ਦੌਰਾਨ ਉਹ ਆਕਸੀਜਨ ਗੈਸ ਛੱਡਦੇ ਹਨ ਜੋ ਕਿ ਮਨੁੱਖਾਂ ਦੁਆਰਾ ਸਾਹ ਲੈਣ ਲਈ ਵਰਤੀ ਜਾਂਦੀ ਹੈ। ਧਰਤੀ ਤੇ ਰਹਿੰਦੇ ਸਾਰੇ ਪ੍ਰਾਣੀਆਂ ਦੁਆਰਾ ਹੀ ਸਾਹ ਲੈਣ ਲਈ ਵਰਤੀ ਜਾਂਦੀ ਹੈ ਤੇ ਉਸ ਕਿਰਿਆ ਦੇ ਦੌਰਾਨ, ਜਿਸ ਨੂੰ ਪ੍ਰਕਾਸ਼ ਸੰਸਲੇਸ਼ਨ ਕਿਰਿਆ ਕਹਿੰਦੇ ਨੇ, ਉਸ ਭੋਜਨ ਬਣਾਉਣ ਦੀ ਕਿਰਿਆ ਨੂੰ ਪ੍ਰਕਾਸ਼ ਸੰਸਲੇਸ਼ਨ ਕਿਰਿਆ ਕਹਿੰਦੇ ਨੇ, ਉਸ ਕਿਰਿਆ ਦੇ ਦੌਰਾਨ ਉਹ ਕਾਰਬਨ ਡਾਈਆਕਸਾਈਡ ਗੈਸ ਜਿਹੜੀ ਕਿ ਮਨੁੱਖ ਦੁਆਰਾ ਛੱਡੀ ਜਾਂਦੀ ਹੈ ਉਸ ਨੂੰ ਸੋਖ ਲੈਂਦੇ ਹਨ ਤੇ ਜਿਹੜੀ ਗੈਸ ਸਾਨੂੰ ਚਾਹੀਦੀ ਹੈ, ਆਕਸੀਜਨ ਗੈਸ, ਉਹ ਸਾਨੂੰ ਪ੍ਰਦਾਨ ਕਰਦੇ ਨੇ। ਇਸ ਤਰ੍ਹਾਂ ਬੱਚਿਓ, ਵਾਤਾਵਰਨ ਦੇ ਵਿੱਚ ਇੱਕ ਸੰਤੁਲਨ ਜਿਹਾ ਬਣਿਆ ਰਹਿੰਦਾ ਹੈ ਤੇ ਇਸ ਤੋਂ ਇਲਾਵਾ ਰੁੱਖ ਸਾਨੂੰ ਫਲ ਦਿੰਦੇ ਹਨ, ਫੁੱਲ ਦਿੰਦੇ ਹਨ, ਛਾਂ ਦਿੰਦੇ ਹਨ। ਜੇਕਰ ਅਸੀਂ ਗੱਲ ਕਰੀਏ ਕਿ ਬਹੁਤ ਸਾਰੇ ਪੰਛੀਆਂ ਦਾ ਰਹਿਣ ਬਸੇਰਾ ਵੀ ਰੁੱਖ ਹੀ ਹਨ। ਰੁੱਖ ਸਾਨੂੰ ਫਰਨੀਚਰ ਦਿੰਦੇ ਹਨ। ਰੁੱਖਾਂ ਤੋਂ ਅਸੀਂ ਕਈ ਪ੍ਰਕਾਰ ਦੀਆਂ ਜੜੀ ਬੂਟੀਆਂ ਤੇ ਦਵਾਈਆਂ ਵੀ ਤਿਆਰ ਕਰਦੇ ਹਾਂ। ਭਾਵੇਂ ਸਾਨੂੰ ਪਤਾ ਹੈ ਕਿ ਰੁੱਖ ਸਾਡੇ ਲਈ ਬਹੁਤ ਮਹੱਤਵਪੂਰਨ ਹਨ, ਪਰ ਫਿਰ ਵੀ ਮਨੁੱਖ ਰੁੱਖਾਂ ਨੂੰ ਅੰਨ੍ਹੇਵਾਹ ਵੱਢੀ ਜਾ ਰਿਹਾ ਹੈ। ਰੁੱਖ ਆਪਣਾ ਫਰਜ਼ ਚੁੱਪਚਾਪ ਨਿਭਾ ਰਿਹਾ ਹੈ, ਪਰ ਮਨੁੱਖ ਉਸ ਦੀ ਕਦਰ ਨਾ ਕਰਦਾ ਹੋਇਆ ਉਸ ਨੂੰ ਵੱਢੀ ਜਾ ਰਿਹਾ ਹੈ ਅਤੇ ਵਾਤਾਵਰਨ ਨੂੰ ਖਰਾਬ ਕਰ ਰਿਹਾ ਹੈ। ਵਾਤਾਵਰਨ ਦੇ ਵਿੱਚ ਅਸੰਤੁਲਨ ਪੈਦਾ ਹੋ ਰਿਹਾ ਹੈ। ਇਸੇ ਕਹਾਣੀ ਦੇ ਰਾਹੀਂ ਰੁੱਖਾਂ ਦੀ ਮਹੱਤਤਾ ਬਿਆਨ ਕੀਤੀ ਗਈ ਹੈ। ਇਹ ਕਹਾਣੀ ਹੈ ਬੇਟਾ ਇੱਕ ਦੇਸ਼ ਦੀ, ਜਿੱਥੇ ਭੀਖੂ ਅਤੇ ਉਸਦਾ ਪਰਿਵਾਰ ਰਹਿੰਦਾ ਸੀ। ਇਸ ਕਹਾਣੀ ਦਾ ਮੁੱਖ ਪਾਤਰ ਹੈ ਭੀਖੂ, ਉਸਦੀ ਪਤਨੀ ਅਤੇ ਉਸਦਾ ਬੱਚਾ ਆਲਮ। ਭੀਖੂ ਦਾ ਪਿੰਡ ਸੀ ਬਹੁਤ ਹਰਿਆ ਭਰਿਆ ਸੀ। ਉੱਥੇ ਬਹੁਤ ਸੰਘਣੇ ਜੰਗਲ ਹੋਇਆ ਕਰਦੇ ਸਨ, ਪਰ ਲੋਕ ਜੰਗਲਾਂ ਨੂੰ ਵੱਢ ਵੱਢ ਕੇ ਅਮੀਰ ਹੋ ਰਹੇ ਸਨ। ਇੱਕ ਵਾਰ ਇੱਕ ਫਕੀਰ ਕੋਲੋਂ ਦੀ ਲੰਘਿਆ ਤੇ ਉਸਨੇ ਕਿਹਾ, ਤੁਸੀਂ ਇਸ ਤਰ੍ਹਾਂ ਉੱਜੜ ਜਾਣਾ ਹੈ। ਲੋਕਾਂ ਨੂੰ ਉਸ ਦੀ ਗੱਲ ਮੂਰਖਤਾ ਭਰੀ ਲੱਗੀ। ਉਹਨਾਂ ਨੇ ਸੋਚਿਆ ਕਿ ਇਸ ਜੰਗਲ ਨੂੰ ਵੱਢ ਵੱਢ ਕੇ ਅਸੀਂ ਆਪਣੀਆਂ ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹਾਂ, ਅਸੀਂ ਅਮੀਰ ਹੋ ਰਹੇ ਹਾਂ, ਅਸੀਂ ਕਿਸ ਤਰ੍ਹਾਂ ਉੱਜੜ ਜਾਣਾ ਹੈ। ਉਹਨਾਂ ਨੂੰ ਫਕੀਰ ਦੀ ਗੱਲ ਸਮਝ ਨਹੀਂ ਲੱਗੀ। ਉਹ ਫਕੀਰ ਤੇ ਹੱਸੇ ਤੇ ਉਸੇ ਤਰ੍ਹਾਂ ਹੀ ਰੁੱਖ ਵੱਢਦੇ ਰਹੇ। ਫਿਰ ਹੜ੍ਹ ਆ ਗਏ ਅਤੇ ਹੜ੍ਹਾਂ ਦਾ ਪਾਣੀ ਸੋਖਣ ਲਈ ਉੱਥੇ ਕੋਈ ਰੁੱਖ ਨਹੀਂ ਸਨ। ਇਸ ਲਈ ਹੜ੍ਹਾਂ ਨੇ ਬਹੁਤ ਤਬਾਹੀ ਕਰ ਦਿੱਤੀ। ਹੜ੍ਹਾਂ ਦਾ ਪਾਣੀ ਆਪਣੇ ਨਾਲ ਜ਼ਰਖੇਜ਼ ਮਿੱਟੀ ਨੂੰ ਵੀ ਵਹਾ ਕੇ ਲੈ ਗਿਆ। ਜ਼ਰਖੇਜ਼ ਮਿੱਟੀ ਹੁੰਦੀ ਹੈ ਬੱਚਿਓ ਉਪਜਾਊ ਮਿੱਟੀ। ਤਾਂ ਲੋਕ ਬੇਘਰ ਹੋ ਗਏ। ਹਰਾ ਭਰਾ ਦੇਸ਼ ਮਾਰੂਥਲ ਜਿਹਾ ਬਣ ਗਿਆ। ਮਾਰੂਥਲ ਤੋਂ ਭਾਵ ਰੇਤਲਾ ਇਲਾਕਾ, ਜਿੱਥੇ ਪਾਣੀ ਨਾ ਹੋਵੇ, ਜਿੱਥੇ ਰੁੱਖ ਨਾ ਹੋਵੇ। ਤਾਂ ਤੇਜ਼ ਹਵਾਵਾਂ ਨਿੱਤ ਚੱਲਦੀਆਂ
ਤੇ ਇੱਕ ਰੇਤ ਦੀ ਪਰਤ ਧਰਤੀ ਤੇ ਵਿਛਾ ਕੇ ਤੁਰ ਜਾਂਦੀਆਂ। ਤਾਂ ਇੱਕ ਦਿਨ ਕੀ ਹੋਇਆ ਬੱਚਿਓ, ਹਵਾ ਨੇ ਝੱਖੜ ਦਾ ਰੂਪ ਲੈ ਲਿਆ। ਝੱਖੜ ਦਾ ਵੇਗ ਇੰਨਾ ਤੇਜ਼ ਸੀ ਕਿ ਉਹ ਲੋਕਾਂ ਨੂੰ ਅਣਕਿਆਸੇ ਥਾਵਾਂ ਤੇ ਲੈ ਗਿਆ। ਅਣਕਿਆਸੇ ਥਾਵਾਂ ਤੋਂ ਭਾਵ ਕਿ ਉਹ ਥਾਂ ਜਿੱਥੇ ਸਾਨੂੰ ਪਤਾ ਹੀ ਨਾ ਹੋਵੇ, ਜਿਸ ਦੀ ਪਹਿਚਾਣ ਹੀ ਨਾ ਹੋਵੇ ਕਿ ਅਸੀਂ ਕਿੱਥੇ ਪਹੁੰਚ ਗਏ। ਭੀਖੂ ਨੇ ਆਪਣੇ ਪਰਿਵਾਰ ਨੂੰ ਘੁੱਟ ਕੇ ਪਕੜਿਆ ਹੋਇਆ ਸੀ, ਪਰ ਝੱਖੜ ਸਾਹਵੇਂ ਉਹਦੇ ਪੈਰ ਵੀ ਨਾ ਟਿਕ ਸਕੇ। ਉਹ ਵੀ ਅੱਗੇ ਲੁੜਕਦੇ ਰੁੜਕਦੇ ਗਏ। ਤਾਂ ਅਚਾਨਕ ਉਹਨਾਂ ਨੂੰ ਲੱਗਿਆ ਕਿ ਸਾਹਮਣੇ ਕੋਈ ਬਾਹਾਂ ਫੈਲਾਈ ਖੜਾ ਹੈ। ਤਾਂ ਜਦੋਂ ਉਹਨਾਂ ਨੂੰ ਹੋਸ਼ ਆਈ ਤਾਂ ਉਹਨਾਂ ਨੇ ਦੇਖਿਆ ਕਿ ਉਹ ਇੱਕ ਰੁੱਖ ਸੀ ਜਿਸ ਵਿੱਚ ਉਹ ਅਟਕੇ ਹੋਏ ਸਨ। ਉਹਨਾਂ ਦੀਆਂ ਟਾਹਣੀਆਂ ਜ਼ਮੀਨ ਤੱਕ ਫੈਲੀਆਂ ਹੋਈਆਂ ਸਨ, ਜਿਸ ਵਿੱਚ ਉਹ ਅਟਕ ਗਏ ਸਨ ਅਤੇ ਉਹਨਾਂ ਦੀ ਜਾਨ ਬਚ ਗਈ ਸੀ। ਜਦੋਂ ਉਹਨਾਂ ਨੂੰ ਹੋਸ਼ ਆਈ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਬਹੁਤ ਸੋਹਣਾ ਰੁੱਖ ਹੈ ਅਤੇ ਰੁੱਖ ਦੇ ਪੱਤਿਆਂ ਵਿੱਚ ਤਾਜ਼ਗੀ ਵੀ ਹੈ। ਤਾਂ ਭਿੱਖੂ ਨੇ ਕਿਹਾ, ਜ਼ਰੂਰ ਹੀ ਨੇੜੇ ਕੋਈ ਪਾਣੀ ਦਾ ਸੋਮਾ ਹੋਏਗਾ। ਉਹਨਾਂ ਨੇ ਧਰਤੀ ਨੂੰ ਟਕੋਰਿਆ, ਸੂਰਜ ਦੀ ਦਿਸ਼ਾ ਦੇਖੀ ਤੇ ਇੱਕ ਥਾਂ ਤੇ ਡੰਗੋਰੀ ਕੱਢ ਦਿੱਤੀ। ਤਾਂ ਬੇਟਾ ਉਹ ਸਾਰੇ ਰਲ ਕੇ ਉਸ ਥਾਂ ਨੂੰ ਪੁੱਟਣ ਲੱਗੇ ਤਾਂ ਥੱਲੋਂ ਪਾਣੀ ਨਿਕਲ ਆਇਆ। ਉਸ ਪਾਣੀ ਦੇ ਸੋਮੇ ਨੂੰ ਨਿਤ ਚਲਦੀਆਂ ਤੇਜ਼ ਹਵਾਵਾਂ ਦੇ ਕਾਰਨ ਰੇਤ ਨੇ ਢੱਕ ਲਿਆ ਸੀ। ਉਹਨਾਂ ਨੂੰ ਪਾਣੀ ਪੀਤਾ। ਪਾਣੀ ਵੇਖ ਕੇ ਉਹਨਾਂ ਦੀਆਂ ਵਰਾਸ਼ਾਂ ਖਿੜ ਗਈਆਂ। ਵਰਾਸ਼ਾਂ ਖਿੜ ਜਾਣਾ ਬੇਟਾ ਬੜੀ ਖੁਸ਼ੀ ਹੋਣਾ। ਉਹਨਾਂ ਨੇ ਬੁੱਕ ਭਰ ਭਰ ਕੇ ਪਾਣੀ ਪੀਤਾ ਤੇ ਬਹੁਤ ਖੁਸ਼ ਹੋਏ। ਤਾਂ ਇਸੇ ਤਰ੍ਹਾਂ ਹੀ ਬੇਟਾ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਉਹ ਰੁੱਖ ਤੋਂ ਫਲ ਤੋੜ ਕੇ ਖਾ ਲੈਂਦੇ। ਤੇ ਭਿੱਖੂ ਦਾ ਬੱਚਾ ਆਲਮ ਤਾਂ ਜਿਵੇਂ ਉਸਨੂੰ ਕੋਈ ਆੜੀ ਹੀ ਮਿਲ ਗਿਆ ਹੋਵੇ। ਉਹ ਕਦੇ ਰੁੱਖ ਦੇ ਉੱਪਰ ਬੈਠ ਜਾਂਦਾ, ਕਦੇ ਨੀਚੇ ਬੈਠ ਜਾਂਦਾ ਤੇ ਕਦੇ ਟਾਹਣੀਆਂ ਦੇ ਨਾਲ ਉਹ ਝੂਲਣ ਲੱਗ ਪੈਂਦਾ। ਇਸੇ ਤਰ੍ਹਾਂ ਹੀ ਰੁੱਖ ਦੀ ਠੰਡੀ ਮਿੱਠੀ ਹੀ ਛਾਂ ਉਹਨਾਂ ਦਾ ਜੀਵਨ ਹੋ ਗਈ। ਤਾਂ ਕੀ ਹੋਇਆ, ਅਗਲੇ ਦਿਨ ਹੀ ਭਿੱਖੂ ਨੇ ਇੱਕ ਟਾਹਣੀ ਵੱਢੀ ਤੇ ਇੱਕ ਢਾਰਾ ਜਿਹਾ ਛੱਤਣ ਲੱਗਿਆ। ਤਾਂ ਭਿੱਖੂ ਦੀ ਪਤਨੀ ਨੇ ਕਿਹਾ, ਇਹਨਾਂ ਟਾਹਣੀਆਂ ਨੇ ਤਾਂ ਆਪਣੀ ਜਾਨ ਬਚਾਈ ਹੈ, ਤੂੰ ਇਹਨਾਂ ਨੂੰ ਕਿਉਂ ਵੱਢੀ ਜਾਂਦਾ ਹੈ? ਤਾਂ ਭਿੱਖੂ ਚੁੱਪ ਰਿਹਾ। ਹੁਣ ਅਗਲੇ ਦਿਨ ਉਸਨੇ ਸੋਚਿਆ ਕਿ ਇਸ ਢਾਰੇ ਦੇ ਵਿੱਚ ਬੈਠਣ ਦੇ ਲਈ ਕੋਈ ਮੰਜਾ ਪੀੜਾ ਵੀ ਚਾਹੀਦਾ ਹੈ। ਉਸਨੇ ਉਸੇ ਰੁੱਖ ਦੀ ਮੁਰਲੀ ਟਾਹਣੀ ਵੱਢੀ ਤੇ ਮੰਜਾ ਪੀੜਾ ਬਣਾਉਣ ਲੱਗਾ। ਤਾਂ ਉਸਦੀ ਪਤਨੀ ਨੇ ਹੋ ਕਿਹਾ ਕਿ ਇਸ ਰੁੱਖ ਨੇ ਆਪਣੀ ਜਾਨ ਬਚਾਈ ਹੈ, ਇਹ ਰੁੱਖ ਇੰਨਾ ਸੋਹਣਾ ਵੀ ਹੈ ਤਾਂ ਇੰਨੀ ਸੋਹਣੀ ਛਾਂ ਵੀ ਦਿੰਦਾ ਹੈ, ਤੂੰ ਕਾਹਨੂੰ ਇਹਨਾਂ ਨੂੰ ਵੱਢੀ ਜਾਣਾ ਹੈ? ਤਾਂ ਭੀਖੂ ਗੁੱਸੇ ਵਿੱਚ ਬੋਲਿਆ, ਆਪਾਂ ਰੁੱਖ ਹੇਠ ਮੇਲਾ ਤਾਂ ਨਹੀਂ ਲਾਉਣਾ, ਅਜੇ ਵੀ ਰੁੱਖ ਕੋਲ ਆਪਣੇ ਲਈ ਬਥੇਰੀ ਛਾਂ ਹੈ। ਤਾਂ ਭੀਖੂ ਦੀ ਪਤਨੀ ਚੁੱਪ ਕਰ ਗਈ। ਇਸੇ ਤਰ੍ਹਾਂ ਹੀ ਬੱਚਿਓ ਉਹਨਾਂ ਦੀਆਂ ਜ਼ਰੂਰਤਾਂ ਹਰ ਰੋਜ਼ ਵੱਧਦੀਆਂ ਗਈਆਂ ਤਾਂ ਉਹ ਹੌਲੀ ਹੌਲੀ ਕਰਕੇ ਰੁੱਖ ਦੀਆਂ ਟਾਹਣੀਆਂ ਵੱਢਦੇ ਗਏ। ਤਾਂ ਕੀ ਹੋਇਆ, ਆਖਰਕਾਰ ਸਹੂਲਤਾਂ ਭਰੇ ਉਸ ਘਰ ਦੇ ਵਿੱਚ ਕੋਈ ਰੁੱਖ ਨਾ ਰਿਹਾ। ਰੁੱਖ ਕੀ ਰਿਹਾ, ਇੱਕ ਰੰਡ ਮੁੰਡ ਜਿਹਾ ਤਣਾ ਰਹਿ ਗਿਆ। ਤੇ ਭਿੱਖੂ ਨੇ ਉਸ ਬਾਰੇ ਵੀ ਦੂਰ ਅੰਦੇਸ਼ੀ ਦੀ ਸੋਚੀ, ਇੱਕ ਲੰਬੀ ਸੋਚ ਸੋਚੀ ਕਿ ਇਸ ਰੁੱਖ ਲਈ ਤਾਂ ਆਪਾਂ ਕੱਲ ਨੂੰ ਵੱਡੇ ਕੰਮ ਲਈ ਵਰਤਾਂਗੇ, ਕੱਲ ਨੂੰ ਆਪਣੇ ਪੁੱਤਰ ਦਾ ਵੀ ਟੱਬਰ ਟੀਰ ਹੋ। ਦੇਖੋ ਬੱਚਿਓ, ਇੱਕ ਰੁੱਖ ਤੋਂ ਉਸਨੇ ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ, ਆਪਣਾ ਘਰ ਬਣਾਇਆ, ਬੈਠਣ ਲਈ ਥਾਂ ਬਣਾਈ। ਹੁਣ ਉਸੇ ਰੁੱਖ ਤੋਂ ਆਪਣੇ ਪੁੱਤਰ ਦਾ ਵੀ ਟੱਬਰ ਟੀਰ ਜਾਂ ਤੋਂ ਭਾਵ ਸਾਰਾ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਉਹ ਸੋਚ ਰਿਹਾ ਹੈ। ਤਾਂ ਦੇਖੋ, ਅਸੀਂ ਕਦੇ ਸੋਚਿਆ ਕਿ ਰੁੱਖ ਸਾਨੂੰ ਇੰਨਾ ਕੁਛ ਦਿੰਦੇ ਹੈ, ਪਰ ਉਹਨਾਂ ਦੇ ਬਦਲੇ ਅਸੀਂ ਕੁਛ ਵੀ ਨਹੀਂ ਦੇ ਸਕਦੇ। ਤਾਂ ਭਿੱਖੂ ਨੇ ਸੋਚਿਆ ਕਿ ਇਸ ਨੂੰ ਅਸੀਂ ਬਾਅਦ ਵਿੱਚ ਵਰਤਾਂਗੇ। ਤਾਂ ਇੱਕ ਫਕੀਰ ਉਸ ਪਾਸੇ ਉਹਦੇ ਲੰਘਿਆ ਤਾਂ ਉਸੇ ਗਰਮ ਹਵਾਵਾਂ ਵਗ ਰਹੀਆਂ ਸਨ। ਢਾਰੇ ਵਿੱਚ ਬੈਠ ਕੇ ਉਸ ਫਕੀਰ ਨੇ ਤਪਤੀ ਗਰਮੀ ਦੇ ਵਿੱਚ ਪਾਣੀ ਪੀਤਾ ਤੇ ਕਿਹਾ, ਰੱਬ ਨੇ ਤੁਹਾਨੂੰ ਕੋਈ ਰੁੱਖ ਨਹੀਂ ਦਿੱਤਾ? ਤਾਂ ਭਿੱਖੂ ਨੇ ਇਸ਼ਾਰਾ ਕਰਦਿਆਂ ਕਿਹਾ, ਨਹੀਂ ਬਾਬਾ, ਉਹ ਦੇਖਾ ਰੁੱਖ ਸੀ,
कट्टिया वड्ढिया तो उस तो बाद तो पुंगरिया ही नहीं, उग्या ही नहीं। तो उस रुख दा हशर वेख के फकीर उदास सुर विच बोलिया, तू रुख वड्ढण वाला ही बनया है, उगाउण वाला क्यों नहीं बनया। ਤੇ ਫਿਰ 1 ਮਿੰਟ ਅੱਖਾਂ ਬੰਦ ਕਰਨ ਤੋਂ ਬਾਅਦ ਫਕੀਰ ਉਦਾਸ ਸੁਰ ਵਿੱਚ ਬੋਲਿਆ ਕਿ ਮੈਨੂੰ ਇਸ ਘਰ ਤੇ ਉਜਾੜੇ ਦਾ ਪਰਛਾਵਾਂ ਦਿਖ ਰਿਹਾ ਹੈ। ਜਿਸ ਘਰ ਵਿੱਚ ਕੋਈ ਰੁੱਖ ਨਾ ਹੋਵੇ ਤਾਂ ਫਿਰ ਐਵੇਂ ਹੀ ਹੁੰਦਾ ਹੈ। ਇਹ ਸੁਣ ਕੇ ਟੱਬਰ ਦੇ ਸਾਰੇ ਜੀ ਬੇਚੈਨ ਹੋ ਗਏ। ਉਹਨਾਂ ਦੇ ਮਨ ਵਿੱਚ ਹਰਿਆਵਲ ਦੇ ਬੀਜ ਉੱਗ ਪਏ ਸਨ। ਉਹ ਬੀਜ ਪਰਿਵਾਰ ਦੇ ਮਨ ਵਿੱਚ ਪੁੰਗਰ ਪਏ ਸਨ। ਤਾਂ ਅਚਾਨਕ ਆਲਮ ਭੀਖੂ ਦਾ ਪੁੱਤਰ ਬੋਲਿਆ, ਬਾਪੂ ਤੂੰ ਰੁੱਖ ਵੱਢਣ ਵਾਲਾ ਹੀ ਕਿਉਂ ਬਣਿਆ ਹੈ, ਉਗਾਉਣ ਵਾਲਾ ਕਿਉਂ ਨਹੀਂ ਬਣਿਆ। ਤਾਂ ਭੀਖੂ ਨੇ ਸ਼ਰਮਸਾਰ ਹੋਏ ਨੀਵੀਂ ਪਾ ਕੇ ਕਿਹਾ, ਮੇਰੇ ਵੱਡੇ ਵਡੇਰੇ ਇਸੇ ਤਰ੍ਹਾਂ ਹੀ ਕਰਦੇ ਸਨ, ਤਾਂ ਮੈਨੂੰ ਕੀ ਪਤਾ ਸੀ ਕਿ। ਅੱਗੋਂ ਚੁੱਪ ਕਰ ਜਾਂਦਾ ਹੈ। ਬੱਚਿਓ, ਉਸਨੂੰ ਸਿੱਖਿਆ ਹੀ ਇਹ ਮਿਲੀ ਸੀ ਕਿ ਉਸਦੇ ਪਿਓ ਦਾਦੇ ਰੁੱਖ ਵੱਢਦੇ ਹੀ ਸਨ। ਰੁੱਖ ਵੱਢ ਕੇ ਉਹ ਆਪਣੀ ਰੋਜੀ ਰੋਟੀ ਜਾਂ ਸਵਾਰਥ ਪੂਰੇ ਕਰਦੇ ਸਨ। ਇਸ ਤੋਂ ਜ਼ਿਆਦਾ ਸਿੱਖਿਆ ਉਸਨੂੰ ਨਹੀਂ ਮਿਲੀ ਸੀ। ਤਾਂ ਅਚਾਨਕ ਮਾਰੂਥਲ ਦੇ ਵਿੱਚ ਵਾਵਰੋਲਾ ਜਿਹਾ ਉੱਠਿਆ। ਵਾਵਰੋਲਾ ਬੇਟਾ ਤੇਜ਼ ਹਵਾਵਾਂ ਦਾ ਗੋਲ ਗੋਲ ਚੱਕਰ ਬਣ ਕੇ ਘੁੰਮਣਾ। ਤਾਂ ਆਲਮ ਇੱਕਦਮ ਖੜਾ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਹੁਣ ਵੱਡਾ ਹੋ ਗਿਆ ਹਾਂ, ਬਾਪੂ ਮੈਂ ਬਣਾਂਗਾ ਰੁੱਖ ਲਗਾਉਣ ਵਾਲਾ। ਤੇ ਇੰਨਾ ਕਹਿੰਦੇ ਹੋਏ ਉਹ ਹਰਿਆਵਲ ਦੇ ਬੀਜ ਲੱਭਣ ਤੁਰ ਪੈਂਦਾ ਹੈ। ਤੇ ਕਹਿੰਦੇ ਹਨ ਕਿ ਜਿੱਧਰ ਵੀ ਉਹ ਜਾਂਦਾ ਹੈ ਉਸਨੂੰ ਹਰਿਆਵਲ ਦੇ ਬੀਜ ਲੱਭ ਪੈਂਦੇ ਹਨ ਤੇ ਉਹ ਰੁੱਖ ਲਗਾਉਂਦਾ ਹੀ ਜਾਂਦਾ ਹੈ। ਫਕੀਰ ਨੇ ਆਲਮ ਦੇ ਮਨ ਵਿੱਚ ਹਰਿਆਵਲ ਦੇ ਬੀਜ ਇਸ ਤਰ੍ਹਾਂ ਬੀਜ ਦਿੱਤੇ ਜਿਸ ਤਰ੍ਹਾਂ ਉਦਾਸ ਮਨ ਵਿੱਚ ਖੁਸ਼ੀ ਬੀਜੀ ਜਾਂਦੀ ਹੈ। ਬੱਚਿਓ, ਇਸ ਕਹਾਣੀ ਵਿੱਚ ਅਸੀਂ ਕੀ ਪੜ੍ਹਿਆ ਹੈ ਕਿ ਕਿਸ ਤਰ੍ਹਾਂ ਰੁੱਖ ਭੀਖੂ ਅਤੇ ਉਸਦੇ ਪਰਿਵਾਰ ਲਈ ਸਹਾਈ ਹੁੰਦੇ ਹਨ, ਕਿਸ ਤਰ੍ਹਾਂ ਉਹਨਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੇ ਹਨ। ਪਰ ਉਹ ਉਹਨਾਂ ਦੀ ਰੁੱਖਾਂ ਦੀ ਕਦਰ ਨਾ ਕਰਦੇ ਹਨ ਤਾਂ ਉਹਨਾਂ ਨੂੰ ਕਿੰਨੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਜੇਕਰ ਅਸੀਂ ਆਪਣੇ ਸਵਾਰਥ ਲਈ, ਆਪਣੀਆਂ ਜ਼ਰੂਰਤਾਂ ਦੇ ਲਈ ਇੱਕ ਰੁੱਖ ਵੱਢਦੇ ਹਾਂ ਤਾਂ ਸਾਨੂੰ ਘੱਟੋ ਘੱਟ 10 ਰੁੱਖ ਲਗਾਉਣੇ ਚਾਹੀਦੇ ਹਨ। ਜੇਕਰ ਅਸੀਂ ਆਪਣੇ ਆਪ ਨੂੰ, ਆਪਣੀਆਂ ਨਸਲਾਂ ਨੂੰ ਸ਼ੁੱਧ ਵਾਤਾਵਰਨ ਦੇਣਾ ਚਾਹੁੰਦੇ ਹਾਂ, ਆਪਣੇ ਵਾਤਾਵਰਨ ਨੂੰ ਬਚਾਉਣਾ ਚਾਹੁੰਦੇ ਹਾਂ। ਪਹਿਲੇ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਇਹ ਫਰਮਾਨ ਕੀਤਾ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਪਵਨ ਗੁਰੂ, ਹਵਾ ਜਿਹੜੀ ਹੈ ਉਹ ਗੁਰੂ ਰੂਪੀ ਹੈ, ਉਸ ਦੀ ਸਾਨੂੰ ਪੂਜਾ ਕਰਨੀ ਚਾਹੀਦੀ ਹੈ, ਜਿਸ ਨੂੰ ਬੱਚਿਓ ਅਸੀਂ ਅੱਜ ਅਸ਼ੁੱਧ ਕਰ ਰਹੇ ਹਾਂ। ਪਾਣੀ ਪਿਤਾ, ਤੇ ਪਾਣੀ ਦੀ ਕਦਰ ਅਸੀਂ ਪਿਤਾ ਸਮਾਨ ਕਰਨੀ ਹੈ, ਉਸਨੂੰ ਸ਼ੁੱਧ ਰੱਖਣਾ ਹੈ। ਤੇ ਧਰਤੀ ਜਿਹੜੀ ਸਾਡੀ ਉਹ ਮਾਂ ਹੈ। ਮਾਤਾ ਧਰਤ ਮਹਤ, ਧਰਤੀ ਸਾਡੀ ਮਾਂ ਹੈ ਜਿਸ ਵਿੱਚੋਂ ਅੰਨ ਉਪਜਦਾ ਹੈ। ਉਸ ਨੂੰ ਸ਼ੁੱਧ ਤੇ ਸਾਫ਼ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਤੇ ਦੇਖਿਆ ਜਾਏ ਤਾਂ ਬੱਚਿਓ, ਮਨੁੱਖ ਦੀਆਂ ਮੁੱਢਲੀਆਂ ਜ਼ਰੂਰਤਾਂ ਕੁੱਲੀ, ਗੁੱਲੀ ਤੇ ਜੁੱਲੀ ਜਿਹੜੀਆਂ ਹਨ, ਇਹਨਾਂ ਨੂੰ ਪੂਰਾ ਕਰਨ ਵਿੱਚ ਰੁੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕੁੱਲੀ ਤੋਂ ਭਾਵ ਹੈ ਬੇਟਾ ਰਹਿਣ ਲਈ ਥਾਂ। ਜਦੋਂ ਅਸੀਂ ਮਕਾਨ ਬਣਾਉਣਾ ਹੈ, ਘਰ ਬਣਾਉਣਾ ਹੈ ਤਾਂ ਰੁੱਖਾਂ ਤੋਂ ਬਿਨਾਂ, ਲੱਕੜ ਦੇ ਫਰਨੀਚਰ ਤੋਂ ਬਿਨਾਂ ਉਹ ਪੂਰਾ ਨਹੀਂ ਹੋਏਗਾ। ਜੇ ਅਸੀਂ ਗੱਲ ਕਰੀਏ ਗੁੱਲੀ ਦੀ, ਗੁੱਲੀ ਤੋਂ ਭਾਵ ਹੈ ਰੋਟੀ। ਅਸੀਂ ਰੋਟੀ ਖਾਣੀ ਹੈ ਤਾਂ ਕਣਕ, ਚਾਵਲ, ਅੰਨ ਇਹ ਕਿੱਥੋਂ ਉਪਜਦਾ ਹੈ ਬੇਟਾ? ਇਹ ਵੀ ਪੌਦੇ ਹੀ ਹਨ। ਜੇਕਰ ਅਸੀਂ ਗੱਲ ਕਰੀਏ ਜੁੱਲੀ ਦੀ, ਜੁੱਲੀ ਤੋਂ ਭਾਵ ਹੈ ਪਹਿਨਣ ਲਈ ਕੱਪੜਾ ਜਾਂ ਉੱਪਰ ਲੈਣ ਲਈ ਕੱਪੜਾ। ਤਾਂ ਪਹਿਨਣ ਲਈ ਕੱਪੜੇ ਦੀ ਗੱਲ ਕਰੀਏ ਤਾਂ ਸੂਤੀ ਕੱਪੜਾ ਕਪਾਹ ਦੇ ਪੌਦੇ ਤੋਂ ਆਉਂਦਾ ਹੈ। ਰੇਸ਼ਮੀ ਕੱਪੜਾ ਜਿਹੜਾ ਉਹ ਸ਼ਹਿਤੂਤ ਤੇ ਇੱਕ ਕੀੜਾ ਜਿਹੜਾ ਕਿ ਰੇਸ਼ਮ ਦਾ ਕੀੜਾ ਸ਼ਹਿਤੂਤ ਦੇ ਰੁੱਖ ਤੇ ਰਹਿੰਦਾ ਹੈ, ਉਸ ਤੋਂ ਆਉਂਦਾ ਹੈ। ਅਸੀਂ ਉਸ ਲਈ ਵੀ ਰੁੱਖਾਂ ਤੇ ਨਿਰਭਰ ਹਾਂ। ਜੇਕਰ ਅਸੀਂ ਗੱਦੇ ਬਣਾਉਂਦੇ ਹਾਂ, ਰਜਾਈਆਂ ਬਣਾਉਂਦੇ ਹਾਂ ਤਾਂ ਉਹਨਾਂ ਵਿੱਚ ਜਿਹੜੀ ਕਪਾਹ ਭਰੀ ਜਾਂਦੀ ਹੈ ਉਹ ਵੀ ਇੱਕ ਕਪਾਹ ਦੇ ਪੌਦੇ ਤੋਂ ਹੀ ਆਉਂਦੀ ਹੈ।
ਤਾਂ ਇਹ ਬਿਲਕੁਲ ਸਹੀ ਹੈ ਕਿ ਮਨੁੱਖ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਰੁੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਰੁੱਖ ਸਾਡੇ ਵਾਤਾਵਰਣ ਨੂੰ ਬਹੁਤ ਸੁੰਦਰ ਤੇ ਸੋਹਣਾ ਵੀ ਬਣਾਉਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਰੁੱਖਾਂ ਵਿੱਚ ਰੱਬ ਵਸਦਾ ਹੈ, ਰੁੱਖਾਂ ਵਿੱਚੋਂ ਅੰਮ੍ਰਿਤ ਝਰਦਾ ਹੈ। ਤੇ ਅਸੀਂ ਅੱਜ ਪ੍ਰਣ ਕਰੀਏ, ਆਓ ਰੁੱਖ ਲਾਈਏ, ਰੁੱਖ ਪਾਲੀਏ, ਰੁੱਖ ਬਚਾਈਏ ਤੇ ਆਪਣੇ ਵਾਤਾਵਰਣ ਨੂੰ ਹਰਾ ਭਰਾ ਤੇ ਸੁੰਦਰ ਬਣਾਈਏ। ਹੁਣ ਅਸੀਂ ਕਰਾਂਗੇ ਇਸ ਪਾਠ ਵਿੱਚ ਦਿੱਤੇ ਅਭਿਆਸੀ ਪ੍ਰਸ਼ਨ। ਫਕੀਰ ਨੇ ਲੋਕਾਂ ਨੂੰ ਕੀ ਸਿੱਖਿਆ ਦਿੱਤੀ ਅਤੇ ਕਿਉਂ? ਲੋਕਾਂ ਨੂੰ ਅੰਨ੍ਹੇਵਾਹ ਰੁੱਖ ਵੱਢਦੇ ਹੋਏ ਵੇਖ ਕੇ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਤੁਸੀਂ ਉੱਜੜ ਜਾਓਗੇ, ਕਿਉਂਕਿ ਰੁੱਖਾਂ ਦੇ ਵੱਢਣ ਨਾਲ ਧਰਤੀ ਤਪਦੇ ਮਾਰੂਥਲ ਵਿੱਚ ਬਦਲ ਜਾਵੇਗੀ। ਲੋਕਾਂ ਵੱਲੋਂ ਰੁੱਖਾਂ ਦੀ ਅੰਨ੍ਹੇਵਾਹ ਕੀਤੀ ਕਟਾਈ ਦਾ ਕੀ ਨਤੀਜਾ ਨਿਕਲਿਆ? ਅੰਨ੍ਹੇਵਾਹ ਰੁੱਖ ਕੱਟਣ ਕਾਰਨ ਹੌਲੀ-ਹੌਲੀ ਜੰਗਲ ਮੁੱਕ ਗਏ। ਫਿਰ ਹੜ੍ਹ ਆਏ। ਹੜ੍ਹਾਂ ਦਾ ਪਾਣੀ ਸੋਖਣ ਲਈ ਰੁੱਖ ਨਾ ਹੋਣ ਕਰਕੇ ਹੜ੍ਹਾਂ ਨੇ ਬਹੁਤ ਤਬਾਹੀ ਮਚਾਈ ਅਤੇ ਪਾਣੀ ਉਪਜਾਊ ਮਿੱਟੀ ਨੂੰ ਰੋੜ ਕੇ ਲੈ ਗਿਆ। ਨਤੀਜੇ ਵਜੋਂ ਹਰਾ ਭਰਾ ਦੇਸ਼ ਮਾਰੂਥਲ ਵਿੱਚ ਬਦਲ ਗਿਆ। ਤੇਜ਼ ਹਵਾਵਾਂ ਹਰ ਰੋਜ਼ ਚੱਲਦੀਆਂ ਤੇ ਧਰਤੀ ਉੱਤੇ ਰੇਤ ਵਿਛਾ ਕੇ ਤੁਰ ਜਾਂਦੀਆਂ। ਰੇਤਲ ਦੇ ਤੂਫਾਨ ਕਾਰਨ ਭਿੱਖੂ ਅਤੇ ਉਸਦੇ ਪਰਿਵਾਰ ਨਾਲ ਕੀ ਵਾਪਰਿਆ? ਰੇਤਲ ਦਾ ਤੂਫਾਨ ਬਹੁਤ ਤੇਜ਼ ਤੇ ਮਾਰੂ ਸੀ, ਜੋ ਸਭ ਕੁਝ ਨਾਲ ਉਡਾ ਕੇ ਲੈ ਗਿਆ। ਭਿੱਖੂ ਅਤੇ ਉਸਦੇ ਪਰਿਵਾਰ ਦੇ ਝੱਖੜ ਸਾਹਮਣੇ ਪੈਰ ਨਾ ਟਿਕੇ, ਉਹ ਅੱਗੇ ਹੀ ਅੱਗੇ ਰੁੜ੍ਹਦੇ ਗਏ। ਬਿਪਤਾ ਦੇ ਸਮੇਂ ਭਿੱਖੂ ਤੇ ਉਸਦੇ ਪਰਿਵਾਰ ਲਈ ਰੁੱਖ ਕਿਵੇਂ ਸਹਾਈ ਹੋਇਆ? ਬਿਪਤਾ ਦੇ ਸਮੇਂ ਪਹਿਲਾਂ ਤਾਂ ਝੱਖੜ ਵਿੱਚ ਰਿੜ੍ਹਦਾ ਭਿੱਖੂ ਤੇ ਉਸਦਾ ਪਰਿਵਾਰ ਰੁੱਖ ਦੀਆਂ ਟਹਿਣੀਆਂ ਵਿੱਚ ਫਸ ਕੇ ਬਚਿਆ। ਫਿਰ ਭਿੱਖੂ ਨੇ ਹਰੇ ਭਰੇ ਰੁੱਖ ਤੋਂ ਖਾਣ ਲਈ ਫਲ ਅਤੇ ਉਸਦੇ ਨੇੜੇ ਮਿੱਟੀ ਪੁੱਟ ਕੇ ਪਾਣੀ ਪ੍ਰਾਪਤ ਕਰ ਲਿਆ। ਫਿਰ ਰੁੱਖ ਦੀਆਂ ਟਾਹਣੀਆਂ ਕੱਟ ਕੇ ਭਿੱਖੂ ਨੇ ਢਾਰਾ ਬਣਾ ਲਿਆ। ਉਹਨਾਂ ਦੇ ਪੁੱਤਰ ਆਲਮ ਨੂੰ ਖੇਡਣ ਲਈ ਰੁੱਖ ਦੇ ਰੂਪ ਵਿੱਚ ਦੋਸਤ ਮਿਲ ਗਿਆ। ਫਕੀਰ ਨੇ ਭਿੱਖੂ ਨੂੰ ਰੁੱਖ ਲਾਉਣ ਲਈ ਕਿਵੇਂ ਪ੍ਰੇਰਿਆ? ਭਿੱਖੂ ਦੁਆਰਾ ਰੁੱਖ ਨੂੰ ਰੁੰਡ-ਮੁੰਡ ਕੀਤੇ ਜਾਣ ਕਾਰਨ ਫਕੀਰ ਉਦਾਸ ਹੋ ਕੇ ਬੋਲਿਆ ਕਿ ਉਸਨੇ ਹਮੇਸ਼ਾ ਰੁੱਖ ਵੱਢੇ ਹਨ, ਕਦੇ ਲਾਏ ਨਹੀਂ। ਰੁੱਖ ਨਾ ਹੋਣ ਕਾਰਨ ਉਹ ਉਸਦੇ ਘਰ ਉੱਤੇ ਉਜਾੜੇ ਦਾ ਪਰਛਾਵਾਂ ਦੇਖ ਰਿਹਾ ਹੈ। ਇਹ ਸੁਣ ਕੇ ਘਰ ਦੇ ਜੀਅ ਬੇਚੈਨ ਹੋ ਗਏ। ਇਸ ਤਰ੍ਹਾਂ ਫਕੀਰ ਨੇ ਉਹਨਾਂ ਦੇ ਮਨ ਵਿੱਚ ਹਰਿਆਵਲ ਦੇ ਬੀਜ ਬੀਜ ਦਿੱਤੇ। ਆਲਮ ਨੂੰ ਆਪਣੇ ਬਾਪੂ ਭਿੱਖੂ ਅਤੇ ਫਕੀਰ ਵਿਚਕਾਰ ਹੋਈ ਗੱਲਬਾਤ ਤੋਂ ਕੀ ਪ੍ਰੇਰਨਾ ਮਿਲੀ? ਆਲਮ ਨੂੰ ਆਪਣੇ ਬਾਪੂ ਭਿੱਖੂ ਅਤੇ ਫਕੀਰ ਵਿਚਕਾਰ ਹੋਈ ਗੱਲਬਾਤ ਤੋਂ ਇਹ ਪ੍ਰੇਰਨਾ ਮਿਲੀ ਕਿ ਸਾਨੂੰ ਰੁੱਖ ਵੱਢਣੇ ਹੀ ਨਹੀਂ ਚਾਹੀਦੇ, ਸਗੋਂ ਲਾਉਣੇ ਵੀ ਚਾਹੀਦੇ ਹਨ। ਔਖੇ ਸ਼ਬਦਾਂ ਦੇ ਅਰਥ: ਤੁਰਸ਼, ਗੁਸੈਲ ਜਾਂ ਕ੍ਰੋਧੀ, ਰੇਤਲ, ਮਾਰੂਥਲ, ਰੇਗਿਸਤਾਨ ਰੇਤਲਾ ਇਲਾਕਾ, ਜ਼ਰਖੇਜ਼ ਉਪਜਾਊ, ਮਾਰੂ ਮਾਰਨ ਵਾਲਾ, ਘਾਤਕ, ਸਾਵੇਂ ਸਾਹਮਣੇ ਜਾਂ ਮੂਹਰਲੇ ਪਾਸੇ, ਤੀਬਰ ਗਤੀ ਤੇਜ਼ ਚਾਲ, ਢਾਰਾ, ਛੰਨ, ਛੱਪਰ, ਔਹੜੀ, ਸੁੱਜੀ, ਕੋਈ ਗੱਲ ਦਿਮਾਗ ਨੂੰ ਫੁਰਨੀ, ਵਾਵਰੋਲਾ, ਮਿੱਟੀ ਆਦਿ ਨਾਲ ਭਰੀ ਗੋਲ ਚੱਕਰ ਵਿੱਚ ਚੱਲਣ ਵਾਲੀ ਤੇਜ਼ ਹਵਾ, ਤਿੱਖੜ, ਤਿੱਖੀ ਜਾਂ ਤੇਜ਼। ਵਾਕਾਂ ਵਿੱਚ ਵਰਤੋ:
ਵਰਾਸ਼ਾਂ ਖਿੜ ਜਾਣੀਆਂ। ਪਾਣੀ ਨੂੰ ਵੇਖ ਕੇ ਭਿੱਖੂ ਅਤੇ ਉਸ ਦੇ ਪਰਿਵਾਰ ਦੀਆਂ ਵਰਾਸ਼ਾਂ ਖਿੜ ਗਈਆਂ। ਆਸਰਾ, ਸਹਾਰਾ ਮਨੁੱਖ ਨੂੰ ਰੁੱਖਾਂ ਦਾ ਬਹੁਤ ਵੱਡਾ ਆਸਰਾ ਹੈ। ਤੜਕਸਾਰ ਸਵੇਰੇ ਸਵੇਰੇ ਤੜਕਸਾਰ ਹੀ ਭਿੱਖੂ ਦਰੱਖਤ ਦੀ ਮੂਹਰਲੀ ਟਾਹਣੀ ਵੱਢ ਕੇ ਢਾਰਾ ਛੱਤਣ ਲੱਗ ਪਿਆ। ਟੱਬਰ ਢੀਰ ਪਰਿਵਾਰ ਦੇ ਛੋਟੇ ਤੋਂ ਲੈ ਕੇ ਵੱਡੇ ਸਾਰੇ ਜੀ, ਸਾਡੇ ਸਾਰੇ ਟੱਬਰ ਢੀਰ ਨੂੰ ਕੁਦਰਤ ਨਾਲ ਪਿਆਰ ਹੈ। ਲੂ ਵਗਣਾ, ਗਰਮ ਹਵਾ ਚੱਲਣਾ, ਪਿੰਡ ਵਿੱਚ ਕੋਈ ਵੀ ਰੁੱਖ ਨਾ ਹੋਣ ਕਾਰਨ ਚਾਰੇ ਪਾਸੇ ਲੂ ਵਗ ਰਹੀ ਹੈ। ਰੋਣ ਹਾਕਾ ਰੋਣ ਵਰਗਾ। ਫਕੀਰ ਦੀ ਗੱਲ ਸੁਣ ਕੇ ਭਿੱਖੂ ਰੋਣ ਹਾਕਾ ਹੋ ਗਿਆ। ਹਰਿਆਵਲ ਆਲਮ ਤਿੱਖੜ ਧੁੱਪ ਵਿੱਚ ਹਰਿਆਵਲ ਦੇ ਬੀਜ ਲੱਭਣ ਤੁਰ ਪਿਆ। ਹੁਣ ਆਪਾਂ ਕਰਾਂਗੇ ਬਹੁ ਵਿਕਲਪੀ ਪ੍ਰਸ਼ਨ, ਜਿਸ ਵਿੱਚ ਬੱਚਿਓ ਇੱਕ ਪ੍ਰਸ਼ਨ ਦਿੱਤਾ ਹੋਇਆ ਹੈ ਅਤੇ ਉਸ ਦੇ ਥੱਲੇ 3 ਵਿਕਲਪ ਦਿੱਤੇ ਹੋਏ ਹਨ ਤੇ ਆਪਾਂ ਸਹੀ ਉੱਤਰ ਦੀ ਚੋਣ ਕਰਾਂਗੇ। ਲੋਕ ਰੁੱਖਾਂ ਨੂੰ ਅੰਨ੍ਹੇਵਾਹ ਕਿਉਂ ਕੱਟ ਰਹੇ ਸਨ? ਬਾਲਣ ਲਈ, ਲੱਕੜ ਵੇਚ ਕੇ ਅਮੀਰ ਹੋਣ ਲਈ, ਮਕਾਨ ਬਣਾਉਣ ਲਈ। ਇਸ ਦਾ ਸਹੀ ਉੱਤਰ ਹੈ ਲੱਕੜਾਂ ਵੇਚ ਕੇ ਅਮੀਰ ਹੋਣ ਲਈ। ਜੰਗਲਾਂ ਦੇ ਖਤਮ ਹੋਣ ਦਾ ਕੀ ਸਿੱਟਾ ਨਿਕਲਿਆ? ਹੜ੍ਹ ਸਾਰੀ ਉਪਜਾਊ ਮਿੱਟੀ ਰੋੜ ਕੇ ਲੈ ਗਏ, ਹਰਿਆਲੀ ਆ ਗਈ, ਆਕਸੀਜਨ ਦੀ ਮਾਤਰਾ ਵੱਧ ਗਈ। ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਹੜ੍ਹ ਸਾਰੀ ਉਪਜਾਊ ਮਿੱਟੀ ਰੋੜ ਕੇ ਲੈ ਗਏ। ਹਰਿਆ ਭਰਿਆ ਇਲਾਕਾ ਮਾਰੂਥਲ ਕਿਵੇਂ ਬਣ ਗਿਆ? ਰੇਤ ਖਿਲਾਰ ਦਿੱਤੀ ਗਈ, ਲੋਕਾਂ ਨੇ ਰੁੱਖਾਂ ਨੂੰ ਵੱਢ ਕੇ ਧਰਤੀ ਨੂੰ ਸੁੰਨਾ ਕਰ ਦਿੱਤਾ, ਹਨੇਰੀਆਂ ਆਉਣ ਕਾਰਨ। ਇਸ ਦਾ ਸਹੀ ਉੱਤਰ ਹੈ ਲੋਕਾਂ ਨੇ ਰੁੱਖਾਂ ਨੂੰ ਵੱਢ ਕੇ ਧਰਤੀ ਨੂੰ ਸੁੰਨਾ ਕਰ ਦਿੱਤਾ। ਅਸੀਂ ਕਹਾਣੀ ਵਿੱਚ ਪੜ੍ਹਿਆ ਹੈ ਕਿ ਉਹਨਾਂ ਨੇ ਜੰਗਲਾਂ ਨੂੰ ਕੱਟ ਦਿੱਤਾ ਤਾਂ ਫਿਰ ਹੜ੍ਹ ਆਏ ਤਾਂ ਹੜ੍ਹ ਜਿਹੜੇ ਸੀ ਉਹ ਉਪਜਾਊ ਮਿੱਟੀ ਰੋੜ ਕੇ ਲੈ ਗਏ ਤੇ ਹਨੇਰੀਆਂ ਆਉਣ ਦੇ ਕਾਰਨ ਸਾਰਾ ਇਲਾਕਾ ਜਿਹੜਾ ਉਹ ਮਾਰੂਥਲ ਬਣ ਗਿਆ। ਭਿੱਖੂ ਨੂੰ ਦਰਖਤ ਨੇ ਕੀ ਫਾਇਦਾ ਦਿੱਤਾ? ਰੁੱਖ ਦੇ ਫਲ ਤੋੜ ਕੇ ਖਾਧੇ ਤੇ ਠੰਡੀ ਛਾਂ ਹੇਠ ਆਰਾਮ ਕੀਤਾ, ਟਾਹਣੀਆਂ ਵੱਢ ਕੇ ਢਾਰਾ ਛੱਤਿਆ, ਉਪਰੋਕਤ ਦੋਨੋਂ ਹੀ। ਇਸ ਦਾ ਸਹੀ ਉੱਤਰ ਹੈ ਉਪਰੋਕਤ ਦੋਨੋਂ ਹੀ, ਕਿਉਂਕਿ ਭਿੱਖੂ ਨੇ ਰੁੱਖ ਤੋਂ ਫਲ ਵੀ ਤੋੜ ਕੇ ਖਾਧੇ ਸਨ, ਛਾਂ ਹੇਠ ਆਰਾਮ ਵੀ ਕੀਤਾ ਤੇ ਟਾਹਣੀਆਂ ਵੱਢ ਕੇ ਉਸਨੇ ਢਾਰਾ ਵੀ ਛੱਤਿਆ ਸੀ। ਇਸ ਲਈ ਇਹ ਦੋਨੋਂ ਹੀ ਇਸ ਦੇ ਸਹੀ ਉੱਤਰ ਹਨ। ਫਕੀਰ ਨੇ ਲੋਕਾਂ ਨੂੰ ਕੀ ਕੰਮ ਕਰਨ ਦੀ ਪ੍ਰੇਰਨਾ ਦਿੱਤੀ? ਨਵੇਂ ਰੁੱਖ ਲਗਾਉਣ ਦੀ, ਰੁੱਖਾਂ ਤੋਂ ਬਾਲਣ ਬਣਾਉਣ ਦੀ, ਰੁੱਖਾਂ ਨੂੰ ਕੱਟਣ ਦੀ। ਇਸ ਦਾ ਸਹੀ ਉੱਤਰ ਹੈ ਨਵੇਂ ਰੁੱਖ ਲਗਾਉਣ ਦੀ। ਪਿਆਰੇ ਬੱਚਿਓ, ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ। ਅਸੀਂ ਇਸ ਨੂੰ ਇੱਕ ਪਾਠ ਨਾ ਸਮਝ ਕੇ ਅਸੀਂ ਰੁੱਖਾਂ ਦੀ ਮਹੱਤਤਾ ਨੂੰ ਸਮਝੀਏ ਤੇ ਆਪਣੇ ਖਾਸ ਦਿਨ ਤੇ, ਜਿਵੇਂ ਕਿ ਆਪਣੇ ਜਨਮ ਦਿਨ ਤੇ, ਅਸੀਂ ਇੱਕ ਰੁੱਖ ਜ਼ਰੂਰ ਲਗਾਈਏ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।